अस्सलामुअलैकुम या साहिबुल असर व ज़मान हफ़िज़ान मुर्शद अब्द हैदर खुद साख्ता आयतुल्ला फ़कीर मुर्शद एना दा पोस्टमार्टम गद्दी नशीन या आयतुल्ला ਇਹ ਨੌਨ ਪੀਟੀਏ ਮੇਰੇ ਖਿਆਲ ਤੁਸੀਂ ਮਿਸਾਲ ਅੱਛੀ ਤਰ੍ਹਾਂ ਸਮਝੋਗੇ। ਨੌਨ ਪੀਟੀਏ ਕੀ ਹੁੰਦੇ ਨੇ ਕਿ ਜਿਹੜਾ ਹਕੂਮਤ ਦੀ ਤਰਫੋਂ ਇਦਾਰਾ ਹੈ ਨਾ, ਹਕੂਮਤ ਦੀ ਤਰਫੋਂ ਇਦਾਰਾ ਹੈ, ਉਹਦੇ ਤੋਂ ਇਹ ਰਜਿਸਟਰਡ ਨਾ ਹੋਣ, ਯਾਨੀ ਕਿ ਨੌਨ ਰਜਿਸਟਰਡ ਜਿਹੜੇ ਹੁੰਦੇ ਨੇ। ਠੀਕ ਹੈ, ਮੈਂ ਨੌਨ ਪੀਟੀਏ ਇਸ ਤੋਂ ਕਿਹਾ ਕਿ ਤੁਸੀਂ ਨੌਨ ਪੀਟੀਏ ਨੂੰ ਬੜੇ ਅੱਛੇ ਤਰੀਕੇ ਸਮਝਦੇ ਹੋ। ਨੌਨ ਪੀਟੀਏ ਜਿਹੜਾ ਹੁੰਦਾ ਨਾ, ਫੋਨ ਸੈੱਟ ਜੋ ਵੀ ਹੈ, ਉਹ ਕਾਲ ਸ਼ਾਲ ਉਹ ਵੀ ਕਰਾਉਂਦਾ ਹੈ, ਸਾਰੇ ਸਿਸਟਮ ਉਹਦੇ ਵੀ ਹੁੰਦੇ ਨੇ, ਲੇਕਿਨ ਪਿੱਛੋਂ ਰਜਿਸਟਰ ਨਹੀਂ ਨਾ ਹੁੰਦਾ, ਉਹਦਾ ਟੈਕਸ ਪੇ ਨਹੀਂ ਹੋਇਆ ਹੁੰਦਾ ਹਕੂਮਤ ਦੀ ਤਰਫੋਂ, ਜਿਹੜਾ ਨਾ ਉਹ ਲੀਗਲ ਨਹੀਂ ਹੁੰਦਾ, ਅਲੀਗਲ ਹੁੰਦਾ ਹੈ। ਠੀਕ ਹੈ, ਤੇ ਜਿਨ੍ਹਾਂ ਨੇ ਇਹਨਾਂ ਨੂੰ ਸਬਸਕ੍ਰਾਈਬ ਕੀਤਾ ਹੁੰਦਾ ਹੈ ਜਾਂ ਇਹਨਾਂ ਨੂੰ ਫੋਲੋ ਕੀਤਾ ਹੁੰਦਾ ਹੈ, ਇਹੋ ਜਿਹੇ ਗੱਦੀ ਨਸ਼ੀਨਾਂ ਨੂੰ, ਆਇਤੁੱਲਾ ਨੂੰ, ਫਕੀਰਾਂ ਨੂੰ, ਮੁਰਸ਼ਿਦਾਂ ਨੂੰ, ਜਿਨ੍ਹਾਂ ਨੇ ਇਹਨਾਂ ਨੂੰ ਫੋਲੋ ਕੀਤਾ ਹੁੰਦਾ ਹੈ, ਉਹਨਾਂ ਦਾ ਟਾਈਮ ਵੀ ਜ਼ਾਇਆ, ਪੈਸੇ ਵੀ ਜ਼ਾਇਆ, ਇਹਨਾਂ ਦੇ ਤਮਾਮ ਤਰ ਜਿਹੜੀਆਂ ਕੋਸ਼ਿਸ਼ਾਂ ਅਮਾਲ ਹੁੰਦੇ ਨੇ ਉਹ ਵੀ ਗਲਤ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਰਹੇ ਹੁੰਦੇ ਨੇ, ਤੇ ਜਿੰਦਾ ਫਾਇਦਾ 0/0 ਬਰਾਬਰ ਫਿਰ 0, ਇਹੋ ਕੁਛ ਹੀ ਹੁੰਦਾ। ਇਹਦੀ ਇੱਕ ਹੋਰ ਸਿੰਪਲ ਜੀ ਮਿਸਾਲ ਹੈ, ਮਸਲਨ ਕੋਈ SHO ਨਾ ਹੋਵੇ ਜਾਂ ਥਾਣੇਦਾਰ ਨਾ ਹੋਵੇ, ਆਪਣੀ ਮਰਜ਼ੀ ਨਾਲ SHO ਵਾਲੀ ਵਰਦੀ ਬਣਾ ਲੇ, ਥਾਣੇਦਾਰ ਦੀ ਵਰਦੀ ਬਣਾ ਲੇ, ਆਪਣੇ ਮੋਢੇ ਤੇ ਸਟਾਰ ਵੀ ਲਾ ਲਵੇ, ਤੇ 10-15 ਬੰਦੇ ਵੀ ਨਾਲ ਥੱਲੇ ਰੱਖੇ ਹੋਣ, ਤੇ ਉਹ ਵੀ ਉਹਦੇ ਵਰਗੇ ਹੀ ਹੋਣ, ਤੇ ਕਿਆ ਉਹ ਅਸਲ SHO ਹੋਏਗਾ? ਕੰਮ ਚਾਹੇ ਅੱਛਾ ਹੀ ਕਰੇ, ਕੰਮ ਅੱਛਾ ਹੀ ਕਰੇ, ਲੋਕਾਂ ਦੀ ਖਿਦਮਤ ਹੀ ਕਰੇ, ਕਿ ਅਸਲ SHO ਹੋਏਗਾ? ਉਹ ਹਕੂਮਤ ਤੋਂ ਰਜਿਸਟਰ ਨਹੀਂ ਹੋਏਗਾ, ਉਹ PTA ਅਪਰੂਵ ਨਹੀਂ ਹੋਏਗਾ, ਤੇ ਕੀ ਹੋਏਗਾ? ਹਕੂਮਤ ਵੱਲੋਂ ਉਹ ਮੁਜਰਮ ਹੀ ਕਰਾਰ ਪਾਏਗਾ, ਕਿਉਂਕਿ ਹਕੂਮਤ ਨੇ ਉਹਨੂੰ ਨਹੀਂ ਨਾ ਬਣਾਇਆ, ਉਹਨੂੰ ਉਹ ਅਹੁਦਾ ਹਕੂਮਤ ਨੇ ਨਹੀਂ ਦਿੱਤਾ, ਇਸ ਲਈ ਨੌਨ PTA, ਨੌਨ ਰਜਿਸਟਰਡ। ਉਹ SHO ਵੀ, ਉਹ ਥਾਣੇਦਾਰ ਵੀ, ਉਹ ਖੁਦ ਬਣ ਗਿਆ, ਉਹਨੂੰ ਹਕੂਮਤ ਨੇ ਨਹੀਂ ਬਣਾਇਆ। ਇਸੇ ਤਰ੍ਹਾਂ ਹੀ ਜਿਸ ਨੂੰ ਨਾ ਅੱਲਾ ਨੇ ਬਣਾਇਆ ਹੋਵੇ, ਨਾ ਉਸਦੇ ਰਸੂਲ ਨੇ ਬਣਾਇਆ ਹੋਵੇ, ਯਾਨੀ ਕਿ ਨਾ ਬਣਾਇਆ ਹੋਵੇ ਖਲੀਫਾ, ਤੇ ਉਹ ਆਪਣੇ ਆਪ ਬਣ ਜਾਵੇ, ਜਾਂ ਬੰਦਿਆਂ ਨੇ ਉਹਦੇ ਆਪਣੇ ਵਰਗੇ ਬੰਦਿਆਂ ਨੇ ਫੜ ਕੇ ਉਹਨੂੰ ਖਲੀਫਾ ਬਣਾ ਦਿੱਤਾ ਹੋਵੇ, ਅੱਲਾ ਨੇ ਨਹੀਂ ਬਣਾਇਆ, ਯਾਨੀ ਹਕੂਮਤ ਵੱਲੋਂ, ਅੱਲਾ ਵੱਲੋਂ ਅਪਰੂਵ ਨਹੀਂ ਹੈ। ਠੀਕ ਹੈ, ਅੱਲਾ ਵੱਲੋਂ ਅਪਰੂਵ ਨਹੀਂ ਹੈ, ਉਹ ਬੰਦਿਆਂ ਨੇ ਬਣਾਇਆ, ਇਹ ਉਹ ਆਪ ਬਣ ਗਿਆ, ਤੇ ਉਹਦਾ ਹਾਲ ਵੀ ਇਹਨਾਂ ਵਰਗਾ ਹੀ ਹੋਏਗਾ, ਉਹ ਇਹਦੇ ਹੀ ਬਰਾਬਰ ਨੇ। ਠੀਕ ਹੈ, ਜਿਵੇਂ ਕੋਈ ਖੁਦ ਵਰਤੀ SHO ਦੀ ਪਾ ਕੇ ਥਾਣੇਦਾਰ ਨਹੀਂ ਨਾ ਬਣ ਜਾਂਦਾ, SHO ਨਹੀਂ ਬਣ ਜਾਂਦਾ, ਇਸ ਤਰ੍ਹਾਂ ਕੋਈ ਆਪਣੇ ਆਪ ਖਲੀਫਾ ਬਣ ਕੇ ਖਲੀਫਾ ਵੀ ਨਹੀਂ ਬਣ ਜਾਂਦਾ। ਠੀਕ ਹੈ, ਇਸੇ ਤਰ੍ਹਾਂ ਕੋਈ ਇਮਾਮ ਨਾ ਹੋਵੇ, ਲੇਕਿਨ ਇਮਾਮ ਬਣੀ ਫਿਰੇ, ਜਾਂ ਬੰਦੇ ਉਹਨੂੰ ਫੜ ਦੜ ਕੇ ਇਮਾਮ ਬਣਾ ਦੇਣ, ਉਹਦਾ ਹਾਲ ਵੀ ਇਸ ਤਰ੍ਹਾਂ ਹੀ ਹੈ, ਕਿਉਂਕਿ ਉਹ PTA ਅਪਰੂਵ ਨਹੀਂ ਹੈ, ਉਹ ਅੱਲਾ ਤੋਂ, ਜਿਹੜੀ ਅੱਲਾ ਦੀ ਹਕੂਮਤ ਹੈ ਨਾ, ਉਹਦੇ ਤੋਂ ਅਪਰੂਵ ਨਹੀਂ ਹੈ। ਵਲੀ ਨਾ ਹੋਵੇ, ਪਰ ਵਲੀ ਬਹਿ ਕੇ ਬਣ ਜਾਵੇ, ਉਹਦੇ ਨਾਲ ਵੀ ਇਹੋ ਹੀ ਸੀਨ ਹੈ। ਇਸੇ ਤਰ੍ਹਾਂ ਕੋਈ ਮੁਰਸ਼ਦ ਨਾ ਹੋਵੇ, ਪਰ ਆਪਣੇ ਆਪ ਨੂੰ ਮੁਰਸ਼ਦ ਸਮਝ ਲਵੇ, ਤੇ ਲੋਕ ਵੀ ਉਹਨੂੰ ਮੁਰਸ਼ਦ ਸਮਝ ਲੈਣ, ਤੇ ਉਹ ਉਹਦਾ ਪਿੱਛੇ ਤੇ ਡੇਟਾ ਹੈ ਹੀ ਨਹੀਂ, ਨਾ ਉਹਦੀ ਫਰਦ ਨਿਕਲਣੀ ਹੈ, ਨਾ ਉਹਦਾ ਡੇਟਾ ਨਿਕਲਣਾ, ਨਾ ਉਹਦੀ ਰਜਿਸਟਰੀ ਨਿਕਲਣੀ ਹੈ, ਤੇ ਉਹ ਤੇ ਆਪ ਗਿਆ ਹੋਇਆ, ਤੇ ਤੁਹਾਨੂੰ ਉਹ ਕਿੱਥੋਂ ਬਚਾਏਗਾ? ਇਸੇ ਤਰ੍ਹਾਂ ਕੋਈ ਮੈਂਬਰ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਵਾਰਿਸ ਨਾ ਹੋਵੇ, ਤੇ ਖੁਦ ਨੂੰ ਵਾਰਿਸ ਸਮਝ ਕੇ ਉਸ ਮੈਂਬਰ ਨੂੰ ਇਸਤੇਮਾਲ ਕਰੇ, ਉਹਦਾ ਹਾਲ ਵੀ ਇਹੋ ਹੀ ਹੈ। ਠੀਕ ਹੈ, ਕਿਉਂਕਿ ਉਹਨੂੰ ਮੈਂਬਰ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਉਸ ਦੀ ਵਿਰਾਸਤ 'ਚ ਆ ਸਕਦਾ ਸੀ, ਕਿਉਂਕਿ ਜਿਹਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਾਂ ਅਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਖੁਦ ਫਰਮਾਨ ਕਿ ਤੂੰ ਸਾਡੇ ਮੈਂਬਰ ਦਾ ਵਾਰਿਸ ਹੈ, ਤੇ ਹੁਣ ਬੈਠ ਤੇ ਇੱਥੇ ਜੋ ਬਿਆਨ ਕਰਨਾ ਸਾਡੇ ਹੁਕਮ ਨਾ ਕਰ, ਲੇਕਿਨ ਉਹਦਾ ਵੀ ਹਿਸਾਬ ਇਸ ਤਰ੍ਹਾਂ ਹੀ ਹੈ। ਇਸੇ ਤਰ੍ਹਾਂ ਕੋਈ ਆਇਤੁੱਲਾ ਹੋਵੇ ਨਾ, ਆਪ ਬਣ ਕੇ ਬਹਿ ਜਾਵੇ, ਜਾਂ ਲੋਕ ਉਹਨੂੰ ਆਇਤੁੱਲਾ ਬਣਾ ਕੇ ਬਿਠਾ ਦੇਣ, ਉਹਦਾ ਹਾਲ ਵੀ ਇਸੇ ਤਰ੍ਹਾਂ ਹੀ ਹੋਏਗਾ, ਕਿਉਂਕਿ ਉਹ ਅਪਰੂਵਡ ਨਹੀਂ ਹੈ। ਜਿਹੜੇ ਹਕੂਮਤ ਇਲਾਹੀ ਹੈ ਨਾ, ਉਥੋਂ ਅਪਰੂਵ ਨਹੀਂ ਹੈ, ਉਹ ਆਪਣੇ ਆਪ ਬਣ ਗਿਆ। ਇਹਨਾਂ ਵਾਸਤੇ ਹੀ ਕੁਰਾਨ ਪਾਕ ਦੀ ਆਇਤ ਹੈ। ਠੀਕ ਹੈ, ਅੱਲਾਹ ਪਾਕ ਫਰਮਾਂਦਾ ਹੈ ਕਿ ਇਹਨੂੰ ਪੁਕਾਰਦੇ ਨੇ ਜਿਸ ਦਾ ਨੁਕਸਾਨ ਉਸਦੇ ਫਾਇਦੇ ਤੋਂ ਜ਼ਿਆਦਾ ਕਰੀਬ ਹੈ, ਜਿਸ ਦਾ ਨੁਕਸਾਨ ਉਸਦੇ ਫਾਇਦੇ ਤੋਂ ਜ਼ਿਆਦਾ ਕਰੀਬ ਹੈ। ਇਸ ਦਾ ਤਰਜਮਾ ਸੀ ਇਹ ਕੁਰਾਨ ਪਾਕ ਦੀ ਆਇਤ ਦਾ। ਜਬ ਫਰਮਾਨੇ ਮਾਸੂਮ ਸੱਲੱਲਾਹੁ ਅਲੈਹਿ ਵਸੱਲਮ ਇਸ ਤੇ ਕਿ ਅੱਲਾ ਦੀ ਕਸਮ, ਹਰ ਉਹ ਬੰਦਾ ਜਿਹੜਾ ਵਕਤ ਦੇ ਇੱਕ ਇਮਾਮ ਦੇ ਮੁਕਾਬਲੇ 'ਚ ਆਏਗਾ, ਉਹ ਐਵੇਂ ਦਾ ਹੀ ਹੈ, ਉਹ ਐਵੇਂ ਦਾ ਹੀ ਹੈ, ਤੇ ਉਹ ਐਵੇਂ ਦਾ ਹੀ ਰਹੇਗਾ। ਠੀਕ ਹੈ, ਨਾ ਇਸ ਮੌਲਾ ਦਾ ਕੋਈ ਫਾਇਦਾ, ਤੇ ਨਾ ਇਸ ਦਾ ਫਾਇਦਾ ਵੀ ਕੋਈ ਨਹੀਂ, ਤੇ ਕੁਰਾਨ ਨੇ ਇਹਨੂੰ ਹੀ ਬਈਸਲ ਮੌਲਾ ਕਿਹਾ ਹੈ, ਯਾਨੀ ਕਿ ਬਹੁਤ ਹੀ ਬੁਰਾ ਮੌਲਾ ਕਿਹਾ ਹੈ, ਬਹੁਤ ਹੀ ਬੁਰਾ ਮੌਲਾ ਕਿਹਾ ਹੈ ਇਸੇ ਨੂੰ ਹੀ। ਗੱਲ ਸਮਝ ਆਈ ਜੀ ਕੁਛ? ਇਹ ਨੌਨ PTA ਮੈਂ ਮਿਸਾਲ ਇਸ ਤੋਂ ਦਿੱਤੀ ਹੈ, ਨੌਨ ਰਜਿਸਟਰ ਮਿਸਾਲ ਇਸ ਤੋਂ ਮੈਂ ਦਿੱਤੀ ਹੈ, ਕਿ ਜਿਹੜੇ ਆਪਣੇ ਆਪ ਬਣ ਕੇ ਬਹਿ ਜਾਣ ਨਾ, ਜਿਹਨੂੰ ਅੱਲਾ ਨੇ ਨਹੀਂ ਬਣਾਇਆ। ਦੇਖੋ ਜੀ, ਮੈਂ ਮੁਰਸ਼ਦ ਦੀ ਅਗਰ ਗੱਲ ਕਰ ਲਵਾਂ, ਇੱਥੇ ਫਕੀਰ ਦੀ ਗੱਲ ਕਰਾਂ, ਮੁਰਸ਼ਦ ਦੀ ਗੱਲ ਕਰਾਂ, ਤੇ ਮੂਸਾ अलैहिस्सलाम नबी ने
अल्लाह पाक ਨਾਲ ਹਮਕਲਾਮ ਹੁੰਦੇ ਨੇ, ਕਲੀਮੁੱਲਾ ਨੇ, ਠੀਕ ਹੈ, ਸਾਹਬੇ ਸ਼ਰੀਅਤ ਨੇ, ਸਾਹਬੇ ਕਿਤਾਬ ਨੇ, ਉਹਨਾਂ ਨੂੰ ਫਰਮਾਇਆ ਗਿਆ ਸੀ, ਅੱਲਾਹ ਪਾਕ ਨੇ ਹੁਕਮ ਦਿੱਤਾ ਸੀ ਕਿ ਜਾ ਖਿਜ਼ਰ ਨੂੰ ਜਾ ਕੇ ਮੁਰਸ਼ਿਦ ਮੰਨ, ਤੇ ਉਹਨੇ ਵੀ ਜਾ ਕੇ ਕਿਹਾ ਕਿ ਸਾਨੂੰ ਰੁਸ਼ਦ ਅਦਾ ਕਰੋ, ਰੁਸ਼ਦ ਇਲਮ ਅਤਾ ਕਰੋ, ਰੁਸ਼ਦ ਅਦਾ ਕਰੋ, ਮੈਨੂੰ ਆਪਣੇ ਤਾਬੇਦਾਰੀ 'ਚ ਕਬੂਲ ਕਰੋ। ਯਾਨੀ ਕਿ ਅੱਲਾਹ ਪਾਕ ਨੇ ਪਹਿਲੇ ਸੁਜੈਸਟ ਕੀਤਾ ਸੀ ਕਿ ਉਸ ਦੇ ਕੋਲ ਜਾਣਾ ਹੈ ਮੂਸਾ ਅਲੈਹਿਸਲਾਮ ਨੂੰ, ਤੇ ਫਿਰ ਉਹ ਉੱਥੇ ਗਏ। ਇਸੇ ਤਰ੍ਹਾਂ ਹੀ ਫਕੀਰ ਵੀ ਉਹ ਹੁੰਦਾ ਹੈ ਕਿ ਜਿਹਨੂੰ ਓਏ ਹੋਏ ਗੱਲ ਉਹੀ ਆ ਗਈ, ਜਿਸ ਨੂੰ ਮਰਜ਼ੀ ਪੁੱਛੇ ਤੂੰ ਵਲੀ ਨੂੰ ਮੋਹਰ ਵਿਲਾਇਤ ਕਿੱਥੋਂ ਮਿਲਦੀ ਹੈ, ਕਹਿੰਦਾ ਮੌਲਾ ਅਲੀ ਕੋ। ਇਹਦਾ ਮਤਲਬ ਹੈ ਮੋਹਰੇ ਵਿਲਾਇਤ ਵਾਲਾ ਵਲੀ ਹੋਰ ਹੁੰਦਾ ਹੈ, ਜਿਹਨੂੰ ਆਪਣੇ ਆਪ ਹੀ ਵਲੀ ਬਣਨ ਦਾ ਸ਼ੌਕ ਪੈ ਜਾਏ ਨਾ, ਉਹ ਕੋਈ ਹੋਰ ਹੁੰਦਾ, ਉਹ ਅਪਰੂਵਡ ਨਹੀਂ ਹੁੰਦਾ, ਉਹ ਪੀਟੀ ਅਪਰੂਵ ਨਹੀਂ ਹੁੰਦਾ, ਉਹ ਨੌਨ ਰਜਿਸਟਰਡ ਹੁੰਦਾ ਹੈ। ਤੇ ਇਹੋ ਜਿਹੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ, ਜਦੋਂ ਨੌਨ ਰਜਿਸਟਰਡ ਨੂੰ ਬੰਦਾ ਫੋਲੋ ਸਬਸਕ੍ਰਾਈਬ ਕਰਦਾ ਨਾ, ਤੇ ਫਿਰ ਉਹ ਫੜਿਆ ਵੀ ਜਾਂਦਾ ਹੈ, ਸਮਝਾਈ, ਕਿਉਂਕਿ ਉਹਦਾ ਪਿੱਛੇ ਰਿਕਾਰਡ ਨਹੀਂ ਨਾ ਮਿਲਦਾ, ਠੀਕ ਹੈ। ਹਰਾਮ ਦੇ ਨੂੰ ਹਰਾਮ ਦਾ ਵੀ ਕਿਉਂ ਕਿਹਾ ਜਾਂਦਾ, ਤੁਹਾਨੂੰ ਸਮਝ ਆਈ ਨਾ, ਹਰਾਮ ਦੇ ਨੂੰ ਹਰਾਮ ਦਾ ਕਿਉਂ ਕਿਹਾ ਜਾਂਦਾ, ਕਿਉਂ? ਕਿਉਂਕਿ ਉਹਦਾ ਰਿਕਾਰਡ ਨਹੀਂ ਨਾ ਪਿੱਛੋਂ ਮਿਲਦਾ, ਉਹਦਾ ਪਿਓ ਦਾ ਹੀ ਪਤਾ ਨਹੀਂ ਕੋਈ ਨਹੀਂ ਹੁੰਦਾ, ਉਹਦਾ ਸ਼ਜਰਾ ਨਸਬ ਨਹੀਂ ਮਿਲਦਾ। ਸ਼ਜਰਾ ਨਸਬ ਰਜਿਸਟਰੀ ਉਹੀ ਚੀਜ਼ ਹੁੰਦੀ ਹੈ ਨਾ, ਸ਼ਜਰਾ ਉਹ ਤੇ ਐਵੇਂ ਹੀ ਹੈ ਨਾ, ਗੋਲਡ ਦੀ ਸਿਗਰਟ 'ਚ ਅੰਬੈਸੀ ਦੇ ਸਿਗਰਟ ਪਾਏ ਹੋਣ, ਗੋਲਡ ਦੀ ਡੱਬੀ 'ਚ ਅੰਬੈਸੀ ਦੇ ਸਿਗਰਟ ਪਾਏ ਹੋਣ, ਤੇ ਉਹ ਜਨਾਬ ਕੋਈ ਗੋਲਡ ਦੀ ਸਿਗਰਟ ਤਾਂ ਨਹੀਂ ਬਣ ਜਾਂਦੀ, ਉਹ ਅੰਬੈਸੀ ਦੀ ਰਹਿਣੀ ਹੈ। ਇਸੇ ਤਰ੍ਹਾਂ ਕੋਈ ਹਰਾਮ ਦਾ ਹੋਵੇ, ਉਹਨੂੰ ਪਿਓ ਦਾ ਲੱਖ ਨਾਮ ਦੇ ਦਿੱਤਾ ਜਾਵੇ, ਲੱਖ ਉਹਨੂੰ ਕਿਸੇ ਸ਼ਜਰੇ 'ਚ ਪਾ ਦਿੱਤਾ ਜਾਵੇ, ਲੇਕਿਨ ਉਹ ਸ਼ਜਰਾ ਹੁੰਦਾ ਉਹ ਤਾਂ ਨਹੀਂ ਨਾ ਬਣਨ ਲੱਗਾ, ਉਹ ਤੇ ਹਰਾਮੀ ਦਾ ਹਰਾਮੀ ਰਹਿ ਗਿਆ। ਇਸੇ ਤਰ੍ਹਾਂ ਹੀ ਕੋਈ ਭਾਵੇਂ ਜਿੱਡਾ ਮਰਜ਼ੀ ਪੀਰ ਫਕੀਰ ਵਲੀ ਗੱਦੀ ਨਸ਼ੀਨ ਆਇਤੁੱਲਾ ਬਣ ਕੇ ਕਿਉਂ ਨਾ ਆ ਜਾਵੇ, ਜਦੋਂ ਅੱਲਾ ਉਹਦੇ ਰਸੂਲ ਤੇ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲੋਂ ਅਪਰੂਵਡ ਨਹੀਂ ਨਾ ਹੈ, ਰਜਿਸਟਰਡ ਨਹੀਂ ਹੈ, ਤੇ ਉਹ ਬਸ ਇਹੋ ਜਿਹਾ ਹੀ ਹੈ, ਉਹਦਾ ਫਾਇਦੇ ਤੋਂ ਜ਼ਿਆਦਾ ਉਹਦੇ ਨੁਕਸਾਨ ਨੇ। ਤੇ ਇਹੋ ਜਿਹੇ ਬੰਦੇ ਨਾ ਤੇ ਬਲਕਿ ਫਾਇਦਾ ਤਾਂ ਨਹੀਂ ਕਰ ਸਕਦੇ, ਨੁਕਸਾਨ ਹੀ ਦੇ ਸਕਦੇ ਨੇ, ਠੀਕ ਹੈ। ਮੇਰਾ ਖਿਆਲ ਕਿ ਤੁਹਾਨੂੰ ਗੱਲ ਬਹੁਤ ਅੱਛੀ ਸਮਝ ਆ ਚੁੱਕੀ ਹੋਣੀ ਹੈ, ਤੇ ਲਿਹਾਜ਼ਾ ਅਗਰ ਮੰਗਣਾ ਹੈ ਤੇ ਉਹ ਮੰਗੋ ਜਿਹੜਾ ਵਾਕਈ ਹੀ ਹਕੂਮਤ ਇਲਾਹੀਆ ਦਾ ਰਜਿਸਟਰ ਹੋਵੇ, ਠੀਕ ਹੈ। ਜਿਹਨੂੰ ਤੁਸੀਂ ਪੀਟੀ ਅਪਰੂਵ ਮੋਬਾਈਲਾਂ ਤੋਂ ਮਿਸਾਲ ਦਿੱਤੀ ਹੈ, ਜਿਹਨੂੰ ਤੁਸੀਂ ਪੀਟੀ ਅਪਰੂਵ ਕਹਿ ਲੈਂਦੇ ਹੋ, ਜਿਹੜਾ ਵਾਕਈ ਰਜਿਸਟਰ ਹੋਵੇ। ਕੋਈ ਐਸਾ ਵਲੀ, ਐਸਾ ਫਕੀਰ, ਐਸਾ ਮੁਰਸ਼ਦ ਤਲਾਸ਼ ਕਰੋ। बाकी हुब्बे अली रहमतुल्लाह, बुग़्ज़े अली लानतुल्लाह बेशुमार।